ਆਲ ਇੰਡੀਆ ਰੇਡੀਓ ਵੱਲੋਂ ਵਿਗਿਆਨ ਪ੍ਰਸਾਰ ਦੇ ਸਹਿਯੋਗ ਨਾਲ ਪੇਸ਼ ਹੈ ਬਣਾਉਟੀ ਬੌਧਿਕਤਾ ਦੀ ਵਿਗਿਆਨ, ਵਰਤੋਂ ਤੇ ਭਵਿੱਖ ਬਾਬਤ ਸਾਡੇ ਨਵੇਂ ਲੜੀਵਾਰ ਆਉਣ ਵਾਲਾ ਕੱਲ੍ਹ ਦੀ 6ਵੀਂ ਕੜੀ। ਹਾਂਜੀ ਪਿਆਰੇ ਸਰੋਤਿਓ, ਤੁਹਾਡਾ ਸਭ ਦਾ ਅੱਜ ਦੇ ਬਣਾਉਟੀ ਬੌਧਿਕਤਾ ਦੀ ਵਿਗਿਆਨ, ਵਰਤੋਂ ਅਤੇ ਭਵਿੱਖ ਬਾਬਤ ਸਾਡੇ ਨਵੇਂ ਲੜੀਵਾਰ ਆਉਣ ਵਾਲਾ ਕੱਲ੍ਹ ਦੀ 6ਵੀਂ ਲੜੀ ਵਿੱਚ ਨਿੱਘਾ ਸਵਾਗਤ ਹੈ। ਜੀ ਆਇਆਂ ਨੂੰ, ਸਤਿ ਸ੍ਰੀ ਅਕਾਲ, ਨਮਸਤੇ। ਜੀ ਹਾਂ, ਇਸ ਵਿਗਿਆਨ ਲੜੀਵਾਰ ਦੀ ਪਿਛਲੀ ਕੜੀ ਭਵਿੱਖ ਦੇ ਵੱਲ ਵੱਧਦੇ ਕਦਮ 'ਚ ਸੁਣੀ ਸੀ ਕਹਾਣੀ ਅਸੀਂ ਬਣਾਉਟੀ ਬੌਧਿਕਤਾ ਦੇ ਅੱਗੇ ਵੱਧਦੇ ਕਦਮਾਂ ਦੀ, ਭਵਿੱਖ 'ਚ ਬਣਾਉਟੀ ਬੌਧਿਕਤਾ ਦੀਆਂ ਸੰਭਾਵਨਾਵਾਂ ਦੀ। ਸੁਣਿਆ ਸੀ ਤੁਸੀਂ ਕਿ ਕਿਵੇਂ ਬਣਾਉਟੀ ਬੌਧਿਕਤਾ ਦੇ ਮੁੱਢ ਵਿੱਚ ਬਣੇ ਸਮਾਰਟ ਉਪਕਰਨ, ਉਹਨਾਂ ਸਮਾਰਟ ਉਪਕਰਨਾਂ ਵਿੱਚ ਨੇ ਰੋਬੋਟ, ਜਿਨ੍ਹਾਂ ਨਾਲ ਸਰਜਰੀ ਕੀਤੀ ਜਾਂਦੀ ਹੈ ਦੂਰ ਬੈਠੇ ਹੀ। ਸੁਣਿਆ ਸੀ ਕਿ ਕੀ ਹੈ ਅੰਤਰ ਬਣਾਉਟੀ ਬੌਧਿਕਤਾ ਤੇ ਸਧਾਰਨ ਸੂਚਨਾ 'ਚ, ਜਿਹੜੀ ਮਿਲ ਜਾਂਦੀ ਹੈ ਸਾਨੂੰ ਮੋਬਾਈਲ ਉੱਪਰ ਇੱਕ ਹੁਕਮ ਦੇ ਸਹਾਰੇ, ਅੱਖ ਦੇ ਫੋਰ 'ਚ। ਵੇਖੋ ਜੀ, ਕਹਾਣੀ ਅਸੀਂ ਦਿੱਤੀ ਸੀ ਸੁਣਾ ਕਿ ਮੋਬਾਈਲ ਉੱਪਰ ਹੁਕਮ ਦੇਣ ਨਾਲ ਆਉਣ ਵਾਲੇ ਮਨਪਸੰਦ ਦੇ ਗਾਣੇ ਜਾਂ ਖਬਰਾਂ ਜਾਂ ਫਿਰ ਕਿਸੇ ਥਾਂ ਦਾ ਨਕਸ਼ਾ ਜਾਂ ਰੂਟ ਮੈਪ ਬਣਾਉਟੀ ਬੌਧਿਕਤਾ ਦੇ ਬਹੁਤ ਹੀ ਮੁੱਢਲੇ ਬੀਜ ਨੇ। ਇਹ ਤਾਂ ਸਰਜੀਕਲ ਰੋਬੋਟ ਦੇ ਬਰਾਬਰ ਵੀ ਨਹੀਂ। ਸੁਣਾਈ ਸੀ ਗਾਥਾ ਕਿ ਕਿਵੇਂ ਸਰਜੀਕਲ ਰੋਬੋਟ ਬੇਸ਼ੱਕ ਬਣਾਉਟੀ ਬੁੱਧੀ ਦੀ ਅਸਲੀ ਤਸਵੀਰ ਨਹੀਂ, ਪਰ ਫਿਰ ਵੀ ਇਹ ਸਧਾਰਨ ਸੂਚਨਾ ਤੋਂ ਅੱਗੇ ਇਸ ਦਿਸ਼ਾ 'ਚ ਬਹੁਤ ਵੱਡਾ ਕਦਮ ਹੈ। ਸੁਣਿਆ ਸੀ ਬ੍ਰਿਤਾਂਤ ਕਿ ਕਿਵੇਂ ਅੱਜ-ਕੱਲ੍ਹ ਦਵਾਈਆਂ ਦੀ ਖੋਜ 'ਚ ਅਤੇ ਬਦਨ ਦਰਦ ਦੀ ਸਹੀ ਪਹਿਚਾਣ 'ਚ ਭੂਮਿਕਾ ਹੈ ਬਣਾਉਟੀ ਬੌਧਿਕਤਾ ਦੀ। ਜੀ ਹਾਂ, ਸੁਣ ਲਈ ਸੀ ਕਹਾਣੀ ਕਿ ਕਿਵੇਂ ਹੁਣ ਸਾਡੀ ਖਰੀਦਦਾਰੀ ਨੂੰ, ਮੰਡੀ ਨੂੰ, ਸਟਾਕ ਨੂੰ, ਭਾਅ ਨੂੰ ਦੱਸਣ 'ਚ ਤੇ ਫੈਸਲੇ ਲੈਣ 'ਚ ਸਹਾਈ ਹੋ ਰਹੀ ਹੈ AI ਸਾਡੇ ਰੋਜ਼ਾਨਾ ਜੀਵਨ ਦੀਆਂ ਗਤੀਵਿਧੀਆਂ 'ਚ। ਹਾਂਜੀ, ਗੱਲ ਤਾਂ ਹੋਈ ਸੀ ਕਿ AI ਤਾਂ ਹੁਣ ਸਾਡੇ ਸੈਰ ਸਪਾਟੇ ਨੂੰ, ਇਸ ਦੀਆਂ ਥਾਵਾਂ ਨੂੰ, ਟਿਕਟ ਤੇ ਹੋਟਲ ਵਗੈਰਾ ਬੁੱਕ ਕਰਨ ਨੂੰ, ਉਹਨਾਂ ਬੁਕਿੰਗਸ ਵਿੱਚ ਮਿਲਦੀਆਂ ਛੋਟਾਂ ਨੂੰ ਸਾਡੇ ਸਾਹਮਣੇ ਪਰੋਸ ਕੇ ਰੱਖ ਦਿੰਦੀ ਹੈ ਅਤੇ ਫੈਸਲੇ ਲੈ ਲੈਂਦੀ ਹੈ। ਸਾਰੇ ਕਾਰਜ ਆਪਣੇ ਆਪ ਨੇਪਰੇ ਚਾੜ ਦਿੰਦੀ ਹੈ। AI ਵਿੱਤ ਪ੍ਰਬੰਧ 'ਚ ਵੀ ਵੱਡੀ ਭੂਮਿਕਾ ਨਿਭਾ ਰਹੀ ਹੈ। ਸ਼ੇਅਰ ਬਾਜ਼ਾਰ ਦਾ ਕੰਮ, ਕਿਹੜੇ ਸਟਾਕ ਚੰਗੇ ਨੇ, ਕਿਹੜੇ ਮਾੜੇ ਨੇ, ਕਿਹਨਾਂ 'ਚ ਵਾਧੇ ਦੀ ਸੰਭਾਵਨਾ ਹੈ ਦਾ ਵੀ ਅੱਜ ਕੱਲ੍ਹ ਪਤਾ AI ਰਾਹੀਂ ਹੀ ਲੱਗ ਰਿਹਾ ਹੈ। ਸੁਣਿਆ ਸੀ ਕਿ ਕਿਵੇਂ ਹੁਣ ਰੋਬੋਟ ਇਲਾਜ ਵਾਸਤੇ ਖੁਦ ਹੀ ਜਾਂਚ ਕਰਕੇ, ਟੈਸਟ ਕਰਕੇ, ਰੋਗ ਬੁੱਝ ਕੇ ਇਲਾਜ ਦੀ ਯੋਜਨਾਬੰਦੀ ਕਰਨਗੇ ਅਤੇ ਇਲਾਜ ਕਰ ਦੇਣਗੇ। ਜੀ ਹਾਂ, ਚਰਚਾ ਹੋਈ ਸੀ ਕਿ ਕਿਤੇ ਇਸੇ ਸਹਾਰੇ ਤਾਂ ਕੋਸ਼ਿਸ਼ਾਂ ਨਹੀਂ ਹੋ ਰਹੀਆਂ ਨੇ ਮਨੁੱਖੀ ਮਨ ਨੂੰ ਕੰਟਰੋਲ ਕਰਕੇ ਰੁਜ਼ਗਾਰ ਘਟਾਉਣ ਦੀਆਂ, ਪਰ ਨਤੀਜਾ ਸੀ ਕਿ ਮਸ਼ੀਨ ਜਿੰਨੀ ਮਰਜ਼ੀ ਬੁੱਧੀਮਾਨ ਹੋ ਜਾਵੇ, ਸਾਰੇ ਮਾਮਲਿਆਂ 'ਚ ਮਨੁੱਖੀ ਦਿਮਾਗ ਦਾ ਮੁਕਾਬਲਾ ਨਹੀਂ ਕਰ ਸਕਦੀ ਤੇ ਸਾਰੇ ਖੇਤਰਾਂ 'ਚ ਮਸ਼ੀਨ ਮਨੁੱਖ ਦਾ ਬਦਲ ਵੀ ਨਹੀਂ ਹੋ ਸਕਦੀ। ਸੁਣਾਈ ਸੀ ਗੱਲ ਕਿ ਕਿਵੇਂ ਹੁਣ ਡਰਾਈਵਰ ਰਹਿਤ ਕਾਰਾਂ ਚੱਲਣਗੀਆਂ ਤੇ ਹੋਰ ਅਚੰਭੇ ਇਸ AI ਦੇ ਸਾਡੇ ਸਾਹਮਣੇ ਆਉਣਗੇ। ਜੀ ਹਾਂ, ਇਸੇ ਚਰਚਾ 'ਚ ਖੁੱਲ ਗਿਆ ਸੀ ਭੇਦ ਕਿ ਕਿਵੇਂ ਅਮਰੀਕਾ ਸਭ ਤੋਂ ਵੱਧ ਪੂੰਜੀ ਨਿਵੇਸ਼ ਕਰ ਰਿਹਾ ਹੈ AI ਦੇ ਵਿੱਚ ਅਤੇ ਕਰ ਰੱਖੀ ਹੈ ਪੁਖਤਾ ਯੋਜਨਾਬੰਦੀ। ਖੁੱਲ ਗਿਆ ਸੀ ਭੇਦ ਕਿ AI ਦੇ ਮਾਮਲੇ 'ਚ ਪਹਿਲੇ 5 ਦੇਸ਼ਾਂ 'ਚ ਅਮਰੀਕਾ ਤੋਂ ਬਾਅਦ ਚੀਨ ਹੈ ਦੂਜੇ ਨੰਬਰ ਤੇ, ਜਦਕਿ ਜਰਮਨੀ ਤੀਜੇ ਨੰਬਰ ਉੱਪਰ, ਜਿੱਥੇ 8000 ਤੋਂ ਵੱਧ ਖੋਜ ਪੱਤਰ ਛਪੇ ਨੇ ਤੇ ਇਹ ਲਘੂ ਅਤੇ ਦਰਮਿਆਨੇ ਉਦਯੋਗਾਂ 'ਚ AI ਉੱਪਰ ਜ਼ੋਰ ਦੇ ਰਿਹਾ ਹੈ। ਸੁਣਾਈ ਸੀ ਗਾਥਾ ਕਿ ਸਾਡਾ ਭਾਰਤ ਵੀ ਚੌਥੇ ਨੰਬਰ ਤੇ ਹੈ, ਜਦਕਿ ਸਾਡਾ ਮਕਸਦ ਹੈ AI ਰਾਹੀਂ ਰੁਜ਼ਗਾਰ ਵਿਕਸਿਤ ਕਰਨਾ, ਆਰਥਿਕ ਤੇ ਸਮਾਜਿਕ ਸੁਰੱਖਿਆ ਦੇ ਪ੍ਰੋਗਰਾਮਾਂ ਨੂੰ ਪੁਖਤਾ ਬਣਾਉਣਾ, AI ਦਾ ਲਾਭ ਤੀਜੀ ਦੁਨੀਆ ਦੇ ਦੇਸ਼ਾਂ ਤੱਕ ਪਹੁੰਚਾਉਣਾ। ਅੱਜ ਦੀ ਇਸ ਕੜੀ 'ਚ ਅਸੀਂ ਸੁਣਾਂਗੇ ਇਹ ਕਹਾਣੀ ਕਿ ਇਹ ਬਣਾਉਟੀ ਬੌਧਿਕਤਾ
ਕਿਵੇਂ ਹੈ ਚੌਥਾ ਉਦਯੋਗਿਕ ਇਨਕਲਾਬ? ਕਿਵੇਂ ਹੈ ਸੰਸਾਰ ਆਰਥਿਕ ਮੰਚ 2016 ਮੁਤਾਬਿਕ ਹੋਵੇਗਾ ਸਹਾਈ ਸਾਡੇ ਟਿਕਾਊ ਵਿਕਾਸ ਦੇ ਉਦੇਸ਼ਾਂ ਟੀਚਿਆਂ ਦੀ ਪ੍ਰਾਪਤੀ ਦੇ ਲਈ, ਵਿਸ਼ੇਸ਼ ਕਰਕੇ ਪਰਿਆਵਰਣ ਦੀ ਸੁਰੱਖਿਆ ਦੇ ਲਈ। ਇਸ ਨਵੇਂ ਲੜੀਵਾਰ ਆਉਣ ਵਾਲਾ ਕੱਲ ਦੀ 6ਵੀਂ ਕੜੀ ਬਣਾਉਟੀ ਬੌਧਿਕਤਾ ਚੌਥਾ ਉਦਯੋਗਿਕ ਇਨਕਲਾਬ ਲਓ ਸੁਣੋ। ਇਉਂ ਪੇਸ਼ ਕਰਦੇ ਨੇ ਸਾਡੇ ਇਹ ਕਲਾਕਾਰ। ਅਟੈਂਸ਼ਨ ਪਲੀਜ਼। ਏਅਰ ਇੰਡੀਆ ਦੀ ਅੱਜ ਦੀ ਇਸ ਫਲਾਈਟ ਵਿੱਚ ਜੋ ਸ਼੍ਰੀਨਗਰ ਜਾ ਰਹੀ ਹੈ, ਮੈਂ ਕੈਪਟਨ ਪੁਰੀ ਆਪਣੇ ਕਰੂ ਮੈਂਬਰਸ ਵੱਲੋਂ ਆਪ ਜੀ ਦਾ ਸਵਾਗਤ ਕਰਦਾ। ਮੈਨੂੰ ਉਮੀਦ ਹੈ ਕਿ ਤੁਹਾਡੀ ਇਹ ਯਾਤਰਾ ਸੁਖਦ ਰਹੇਗੀ। ਮੈਂ ਇਹ ਵੀ ਉਮੀਦ ਕਰਦਾ ਕਿ ਯਾਤਰਾ ਦੌਰਾਨ ਤੈਅ ਨਿਯਮਾਂ ਦਾ ਤੁਹਾਡੇ ਵੱਲੋਂ ਪਾਲਣ ਕੀਤਾ ਜਾਏਗਾ। ਧੰਨਵਾਦ। ਥੈਂਕ ਯੂ। ਹਾਏ, ਹੈਲੋ, ਮੈਂ ਸ਼੍ਰੀਕਾਂਤ। ਤੁਸੀਂ? ਮੈਂ ਸੋਫੀਆ। ਮੈਂ ਡਾਕਟਰ ਹਾਂ। ਅੱਛਾ ਅੱਛਾ, ਇਹ ਰਾਘਵ ਜੀ ਨੇ। ਜੈ ਹਿੰਦ ਡਾਕਟਰ ਸੋਫੀਆ। ਜੈ ਹਿੰਦ। ਤੁਸੀਂ ਲੋਕ ਵੀ ਸ਼੍ਰੀਨਗਰ ਜਾ ਰਹੇ ਹੋ? ਹਾਂਜੀ। ਡਾਕਟਰ ਸੋਫੀਆ, ਇਹ ਸਾਡੇ ਸ਼੍ਰੀਕਾਂਤ ਸਾਹਿਬ ਤੁਹਾਡੇ ਵਾਂਗ ਡਾਕਟਰ ਤਾਂ ਨਹੀਂ, ਪਰ ਇੱਕ AI ਮਾਹਰ ਜ਼ਰੂਰ ਨੇ। ਅੱਛਾ, ਸ਼੍ਰੀਨਗਰ 'ਚ ਕਿੱਥੇ ਜਾਣਾ ਹੈ ਤੁਸੀਂ? ਨੈਸ਼ਨਲ ਇੰਸਟੀਚਿਊਟ ਆਫ ਟੈਕਨੋਲੋਜੀ 'ਚ ਇੱਕ ਮੀਟਿੰਗ ਹੈ। ਓ ਅੱਛਾ ਅੱਛਾ, ਤੁਸੀਂ AI ਮਾਹਿਰ ਜੋ ਹੋਏ। ਵੈਸੇ ਆਰਟੀਫਿਸ਼ੀਅਲ ਇੰਟੈਲੀਜੈਂਸ ਸਾਡੇ ਦੇਸ਼ 'ਚ ਰੱਖਿਆ ਖੋਜ ਤੇ ਵਿਕਾਸ ਸੰਸਥਾ ਵੀ ਤੇ ਸੈਂਟਰਲ ਸਾਇੰਟੀਫਿਕ ਇੰਸਟਰੂਮੈਂਟ ਆਰਗੇਨਾਈਜੇਸ਼ਨ ਵੀ ਕਾਫੀ ਕੰਮ ਕਰ ਰਹੇ ਨੇ। ਹਾਂਜੀ, ਦਰਅਸਲ AI ਤਾਂ ਹੁਣ ਸਾਰੇ ਉਦਯੋਗਾਂ 'ਚ ਹੀ ਛਾਈ ਪਈ ਹੈ। ਉਦਯੋਗਾਂ 'ਚ ਤਾਂ AI ਨੇ ਇੱਕ ਨਵਾਂ ਇਨਕਲਾਬ ਜਿਹਾ ਲਿਆ ਦਿੱਤਾ ਹੈ। ਬਹੁਤ ਕੁਝ ਬਦਲ ਗਿਆ ਹੈ ਤੇ ਬਹੁਤ ਕੁਝ ਬਦਲ ਰਿਹਾ ਹੈ। ਹਾਂ, AI ਨੇ ਤਾਂ ਉਦਯੋਗ ਦਾ ਕਾਇਆਕਲਪ ਹੀ ਕਰ ਦਿੱਤਾ ਹੈ। ਤਾਂ ਹੀ ਤਾਂ ਕਹਿੰਦੇ ਨੇ ਕਿ AI ਚੌਥਾ ਉਦਯੋਗਿਕ ਇਨਕਲਾਬ ਹੈ। ਹਾਂਜੀ, ਭਾਫ ਦੇ ਇੰਜਨ ਤੋਂ ਚੱਲ ਕੇ ਵਿਗਿਆਨ ਤੇ ਟੈਕਨੋਲੋਜੀ ਨਾਲ ਸਵੈ ਚਾਲਤ ਮਸ਼ੀਨਾਂ ਤੇ ਫਿਰ ਚਲੋ ਚਾਲ ਡਿਜੀਟਲ ਟੈਕਨੋਲੋਜੀ ਰਾਹੀਂ ਤੀਜਾ ਇਨਕਲਾਬ, ਤੇ ਹੁਣ ਤਾਂ ਇਹ ਚੌਥਾ ਇਨਕਲਾਬ ਤਾਂ ਬਹੁਤ ਹੀ ਤੇਜ਼ ਚਾਲ ਨਾਲ ਆ ਰਿਹਾ ਹੈ। IoT ਤਾਂ ਹੁਣ ਹਰ ਖੇਤਰ 'ਚ ਹੀ ਜ਼ਰੂਰਤ ਬਣ ਗਿਆ ਹੈ। ਡਾਕਟਰ ਸੋਫੀਆ, ਵੈਸੇ ਤੁਸੀਂ ਸ਼੍ਰੀਨਗਰ ਵਿੱਚ ਕਿੱਥੇ ਜਾਣਾ ਹੈ? ਮੈਂ ਸ਼ੇਰੇ ਕਸ਼ਮੀਰ ਇੰਸਟੀਚਿਊਟ ਆਫ ਮੈਡੀਕਲ ਸਾਇੰਸਿਸ ਵਿਖੇ ਜਾਣਾ ਹੈ। ਸਿਹਤ ਉਪਕਰਨ ਉਦਯੋਗ 'ਚ ਅੱਜਕੱਲ AI ਦਾ ਬਹੁਤ ਜ਼ਿਆਦਾ ਬੋਲਬਾਲਾ ਹੋ ਗਿਆ ਹੈ ਨਾ, ਵਿਸ਼ੇਸ਼ ਕਰਕੇ IoT ਦਾ। ਉੱਥੇ IoT ਇਨ ਹੈਲਥ ਉੱਪਰ ਇੱਕ ਵਰਕਸ਼ਾਪ ਹੈ, ਉੱਥੇ ਜਾਣਾ ਹੈ ਮੈਂ। ਅੱਛਾ ਅੱਛਾ, IoT ਬਹੁਤ ਵਧੀਆ ਬਈ। ਹਾਂ, ਇਹ ਵੀ ਬਹੁਤ ਜ਼ਰੂਰੀ ਹੈ, ਪਰ ਇਸ 'ਚ ਹੈਕਿੰਗ ਦਾ ਖਤਰਾ ਹੈ। ਤੇ ਵੈਸੇ ਵੀ ਸਰ ਕੀ ਕਿਹਾ ਤੁਸੀਂ? IoT? ਇਹ IoT ਕੀ ਹੈ? ਵੈਸੇ ਆਪਣੇ ਹੋਏ ਇਕਰਾਰ ਮੁਤਾਬਕ ਮੈਨੂੰ ਵੀ ਤਾਂ ਥੋੜਾ ਸਮਝਾਓ ਜ਼ਰਾ। ਹਾਂ ਬਿਲਕੁਲ, ਕਿਉਂ ਨਹੀਂ ਰਾਘਵ ਜੀ, ਤੁਹਾਨੂੰ ਕਿਉਂ ਨਹੀਂ ਸਮਝਾਵਾਂਗਾ। ਦਰਅਸਲ ਡਾਕਟਰ ਸੋਫੀਆ, ਮੇਰੇ ਤੇ ਰਾਘਵ ਜੀ ਵਿੱਚ ਇੱਕ ਸਮਝੌਤਾ ਹੋਇਆ ਹੈ ਕਿ AI ਨਾਲ ਸੰਬੰਧਿਤ ਹਰ ਗੱਲ 'ਚ ਇਹਨਾਂ ਨੂੰ ਮੈਂ ਸ਼ਾਮਲ ਰੱਖਾਂਗਾ। ਓਕੇ। ਇਸ ਨਾਲ ਇਹ ਆਪਣੇ ਬੱਚਿਆਂ ਨਾਲ AI ਤੇ ਗੱਲ ਕਰ ਸਕਣ। ਅੱਛਾ, ਇਹਨਾਂ ਦੀ ਵੀ ਰੁਚੀ ਹੈ AI 'ਚ। ਤਾਂ ਹੀ ਇਹ IoT ਬਾਰੇ, ਜਿਸ ਦੀ ਅਸੀਂ ਹੁਣੇ ਗੱਲ ਕਰ ਰਹੇ ਸੀ, ਉਹਦੇ ਬਾਰੇ ਜਾਣਨਾ ਚਾਹੁੰਦੇ ਨੇ, ਹੈ ਨਾ? ਜੀ ਹਾਂ, ਉਹੀ ਤਾਂ ਮੈਂ ਜਾਣਨਾ ਚਾਹਣਾ ਕਿ IoT ਹੈ ਕੀ। ਇੰਟਰਨੈਟ ਆਫ ਥਿੰਗਸ। IoT ਮੀਨਸ ਇੰਟਰਨੈਟ ਆਫ ਥਿੰਗਸ। ਇੰਟਰਨੈਟ ਆਫ ਥਿੰਗਸ ਮਤਲਬ ਵਸਤੂਆਂ ਤੋਂ ਬਗੈਰ ਇੰਟਰਨੈਟ? ਨਹੀਂ ਰਾਘਵ ਜੀ, ਵਸਤੂਆਂ ਤੋਂ ਬਗੈਰ ਇੰਟਰਨੈਟ ਨਹੀਂ, ਸਗੋਂ ਇਹ ਤਾਂ ਇੰਟਰਨੈਟ ਆਫ ਥਿੰਗਸ, ਵਸਤੂਆਂ ਦਾ ਇੰਟਰਨੈਟ। ਇੱਕ ਇਹੋ ਜਿਹੀ ਟੈਕਨੋਲੋਜੀ ਜਾਂ ਕਹਿ ਲਈਏ ਕਿ ਪ੍ਰਣਾਲੀ ਹੈ ਜਿਹਦੇ 'ਚ ਕੰਪਿਊਟਰ ਉਪਕਰਨਾਂ ਰਾਹੀਂ ਮਕੈਨੀਕਲ ਤੇ ਡਿਜੀਟਲ ਮਸ਼ੀਨਾਂ ਪ੍ਰੋਗਰਾਮ ਦੀ ਵਰਤੋਂ ਕੀਤੀ ਜਾਂਦੀ ਹੈ। ਇਹਦੇ 'ਚ ਹਰ ਇੱਕ ਵਸਤੂ, ਪਸ਼ੂ ਤੇ ਮਨੁੱਖ ਨੂੰ ਇੱਕ ਵਿਸ਼ੇਸ਼ ਨਿਵੇਕਲੀ ਸ਼ਨਾਖਤੀ ਪਛਾਣ ਯਾਨੀ ਯੂਨੀਕ ਆਇਡੈਂਟੀਫਾਇਰ ਦਿੱਤੀ ਜਾਂਦੀ ਹੈ। ਇਸ ਨਿਵੇਕਲੀ ਸ਼ਨਾਖਤੀ ਪਛਾਣ ਰਾਹੀਂ ਅਸੀਂ ਆਪਸ 'ਚ ਜੁੜੇ ਹੁੰਨੇ ਆ, ਮਤਲਬ ਇੰਟਰਰਿਲੇਟਡ ਹੁੰਨੇ ਆ। ਸਮਝ ਆਈ? ਹੈ, ਕੰਪਿਊਟਰ ਨਾਲ ਮਸ਼ੀਨਾਂ, ਜਾਨਵਰ ਤੇ ਆਦਮੀ ਸਭ ਜੁੜੇ ਹੁੰਦੇ ਨੇ। ਉਹ ਕਿਵੇਂ? ਨਾਲੇ ਇਹਦਾ ਫਾਇਦਾ ਕੀ ਹੈ? IoT ਦਾ ਫਾਇਦਾ ਇਹ ਹੈ ਕਿ ਇਹ ਇੱਕ ਅਜਿਹਾ ਨੈਟਵਰਕ ਯਾਨੀ ਤਾਣਾ ਬਾਣਾ ਮੁਹੱਈਆ ਕਰਵਾਉਂਦਾ ਹੈ ਜਿਸ ਨਾਲ ਡਾਟਾ ਟਰਾਂਸਫਰ ਕਰਨ ਲਈ ਮਨੁੱਖ ਤੋਂ ਮਨੁੱਖ ਜਾਂ ਮਨੁੱਖ ਤੋਂ ਕੰਪਿਊਟਰ ਦੇ ਦਰਮਿਆਨ ਕਿਸੇ ਇੰਟਰੈਕਸ਼ਨ ਯਾਨੀ ਕਿਸੇ ਪ੍ਰਕਿਰਿਆ ਦੀ ਜ਼ਰੂਰਤ ਹੀ ਨਹੀਂ ਹੁੰਦੀ। ਤੁਹਾਨੂੰ ਕੋਈ ਵੀ ਡਾਟਾ ਪਾਉਣ ਲਈ ਕੰਪਿਊਟਰ ਖੋਲ੍ਹ ਕੇ ਟਾਈਪ ਕਰਨ ਦੀ ਜ਼ਰੂਰਤ ਨਹੀਂ ਹੁੰਦੀ। ਤੁਹਾਡਾ ਡਾਟਾ ਆਪਣੇ ਆਪ ਆਟੋਮੈਟਿਕਲੀ ਰਿਕਾਰਡ ਹੁੰਦਾ ਹੈ
ਜਿਵੇਂ ਤੁਸੀਂ ਕਿੰਨਾ ਚੱਲੇ, ਕਿਸ ਨਾਲ ਮਿਲੇ, ਕਿੱਥੇ ਕਿੱਥੇ ਗਏ ਵਗੈਰਾ ਵਗੈਰਾ, ਇਹ ਸਾਰੀ ਜਾਣਕਾਰੀ ਆਟੋਮੈਟਿਕ ਸਟੋਰ ਹੁੰਦੀ ਜਾਏਗੀ। ਬਿਲਕੁਲ ਠੀਕ ਕਿਹਾ ਸ਼੍ਰੀਕਾਂਤ ਜੀ ਤੁਸੀਂ। ਹੁਣ ਦੇਖੋ, ਜਿਵੇਂ ਕਿਸੇ ਵਿਅਕਤੀ ਦੇ ਦਿਲ 'ਚ ਹਾਰਟ ਮੋਨੀਟਰ ਲੱਗਿਆ ਹੈ, ਜਾਂ ਕਿਸੇ ਗਊਸ਼ਾਲਾ 'ਚ ਗਾਂ ਦੇ ਸਰੀਰ 'ਚ ਬਾਇਓਚਿਪ ਲੱਗੀ ਹੈ, ਜਾਂ ਕਿਸੇ ਕਾਰ 'ਚ ਸੈਂਸਰ ਲੱਗਿਆ ਹੈ ਜਿਹੜਾ ਡਰਾਈਵਰ ਨੂੰ ਕਾਰ 'ਚ ਹਵਾ ਘੱਟ ਹੋਣ ਦੀ ਜਾਣਕਾਰੀ ਦੇ ਸਕੇ। ਹਾਂ ਬਿਲਕੁਲ। ਤੇ ਹੁਣ ਬਾਇਓਚਿਪ ਆਦਮੀ 'ਚ ਵੀ ਲੱਗਣੀ ਸ਼ੁਰੂ ਹੋ ਗਈ ਹੈ। ਇਸ ਨਾਲ ਉਹ ਕਦੋਂ ਦਫ਼ਤਰ ਆਇਆ, ਕਦੋਂ ਗਿਆ, ਸਾਰਾ ਹਿਸਾਬ ਕਿਤਾਬ ਰੱਖਿਆ ਜਾਂਦਾ ਹੈ। ਇਸ ਦੇ ਇਲਾਵਾ ਉਸ ਦੇ ਗੁੱਟ ਤੇ ਲੱਗੀ ਚਿਪ ਨਾਲ ਕਿਸੇ ਵੀ ਕਮਰੇ ਜਾਂ ਦਫ਼ਤਰ ਦਾ ਦਰਵਾਜ਼ਾ ਖੁੱਲ੍ਹ ਸਕਦਾ ਹੈ ਤੇ ਇਹ ਪਤਾ ਚੱਲ ਸਕਦਾ ਹੈ ਕਿ ਕਿੰਨੇ ਵਜੇ ਉਹ ਵਿਅਕਤੀ ਲੈਬ ਜਾਂ ਦਫ਼ਤਰ 'ਚ ਕਿੱਥੇ ਸੀ। ਅੱਛਾ, ਹਾਂ ਆਦਮੀ 'ਚ ਵੀ ਕੰਪਿਊਟਰ ਵਰਗੀ ਚਿਪ ਪਾਈ ਜਾ ਰਹੀ ਹੈ। ਕਮਾਲ ਹੈ। ਪਰ ਇਹਦਾ ਫਾਇਦਾ ਕੀ ਹੋਏਗਾ? ਮੇਰਾ ਮਤਲਬ ਇਹ ਤਾਂ ਸਮਝ ਆਇਆ ਕਿ ਨਜ਼ਰ ਰੱਖੀ ਜਾ ਸਕਦੀ ਹੈ, ਹਾਜ਼ਰੀ ਲੱਗ ਸਕਦੀ ਹੈ, ਹੋਰ ਕੀ ਹੋ ਸਕਦਾ ਹੈ ਭਲਾ? ਇਹ ਪੂਰੀ IoT ਪ੍ਰਣਾਲੀ ਕਿਸੇ ਵੀ ਉਦਯੋਗ ਜਾਂ ਦਫ਼ਤਰ ਨੂੰ ਬਹੁਤ ਕੁਸ਼ਲ ਬਣਾ ਦਿੰਦੀ ਹੈ। ਨਾਲ ਹੀ ਗ੍ਰਾਹਕ ਸੇਵਾਵਾਂ 'ਚ ਸੁਧਾਰ, ਫੈਸਲਾ ਲੈਣ ਦੀ ਸਮਰੱਥਾ 'ਚ ਸੁਧਾਰ ਕਰ ਦਿੰਦੀ ਹੈ। ਮਨੁੱਖ ਘੱਟ ਸਮੇਂ ਤੇ ਘੱਟ ਮਿਹਨਤ ਨਾਲ ਜ਼ਿਆਦਾ ਕੰਮ ਕਰ ਸਕੇਗਾ ਤੇ ਉਹਦੇ ਕੰਮ ਦਾ ਬਹੁਤ ਸਾਰਾ ਬੋਝ ਤਾਂ ਕੰਪਿਊਟਰ ਹੀ ਲੈ ਲਵੇਗਾ। ਤਾਂ ਇਹਦੇ ਵਿੱਚ AI ਦੀ ਭੂਮਿਕਾ ਵੀ ਹੋਏਗੀ? ਹਾਂ ਰਾਘਵ, ਬਿਲਕੁਲ ਹੋਏਗੀ। ਹੁਣ ਹਰੇਕ ਵਸਤੂ ਨੂੰ ਆਪਸ 'ਚ ਜੋੜਿਆ ਜਾ ਰਿਹਾ। ਮਸ਼ੀਨਾਂ ਵੀ ਹੁਣ AI ਦੇ ਦੁਆਰਾ ਸਿੱਖਦੀਆਂ ਨੇ। ਅੱਜ ਕੱਲ੍ਹ ਤਾਂ ਮਨੁੱਖ ਦੀਆਂ ਕਈ ਗੱਲਾਂ ਮਸ਼ੀਨਾਂ ਵੀ ਸਿੱਖਣ ਲੱਗ ਗਈਆਂ ਨੇ। ਮਸ਼ੀਨ, ਕੰਪਿਊਟਰ, ਰੋਬੋਟ ਵਗੈਰਾ ਤਾਂ ਪੱਖਪਾਤ ਵੀ ਨਹੀਂ ਕਰਦੇ। ਜਿਵੇਂ ਨੌਕਰੀ ਦੇਣ ਦਾ ਕੰਮ ਵੀ AI ਦੇ ਦੁਆਰਾ ਹੋ ਰਿਹਾ ਅੱਜ ਕੱਲ੍ਹ। ਹੈ, ਨੌਕਰੀ ਵੀ ਹੁਣ AI ਦੇ ਰਹੀ ਹੈ? ਕਮਾਲ ਹੈ। ਮੈਂ ਤਾਂ ਸੋਚ ਰਿਹਾ ਸੀ ਕਿ AI ਨੌਕਰੀ ਖੋ ਰਹੀ ਹੈ। ਦਰਅਸਲ ਰਾਘਵ ਜੀ, ਕਈ ਕੰਪਨੀਆਂ 'ਚ HR ਮਤਲਬ ਮਾਨਵ ਸੰਸਾਧਨ ਦਾ ਇੱਕ ਕੰਮ ਨਵੇਂ ਲੋਕਾਂ ਨੂੰ ਨੌਕਰੀ ਤੇ ਰੱਖਣਾ ਵੀ ਹੁੰਦਾ ਹੈ। ਹੁਣ ਹੋ ਸਕਦਾ ਹੈ ਕਿ ਕੋਈ ਆਦਮੀ ਕਿਸੇ ਬਾਹਰੀ ਪ੍ਰਭਾਵ ਕਰਕੇ, ਜਿਵੇਂ ਕਿ ਸਿਫਾਰਿਸ਼, ਰਿਸ਼ਤੇਦਾਰੀ, ਨਿੱਜੀ ਗਰਜ ਜਾਂ ਰਿਸ਼ਵਤਖੋਰੀ ਜਾਂ ਕਿਸੇ ਹੋਰ ਕਾਰਨ ਕਰਕੇ ਕਿਸੇ ਇਹੋ ਜਿਹੇ ਵਿਅਕਤੀ ਨੂੰ ਨੌਕਰੀ ਦੇ ਦੇਵੇ ਜਿਹੜਾ ਉਸ ਨੌਕਰੀ ਦੇ ਬਿਲਕੁਲ ਕਾਬਿਲ ਨਾ ਹੋਵੇ। ਇਹ ਤਾਂ ਹੁਣ ਆਮ ਹੀ ਹੋ ਰਿਹਾ ਸੋਫੀਆ ਜੀ। ਇਹ ਭਾਈ ਭਤੀਜਾਵਾਦ ਨਹੀਂ ਤਾਂ ਸਾਡੀ ਕਿਸ਼ਤੀ ਡੋਬੀ ਹੈ। ਪਰ ਮਸ਼ੀਨ ਜਾਂ ਰੋਬੋਟ ਇਹੋ ਜਿਹਾ ਕੁਝ ਨਹੀਂ ਕਰਦੇ। ਉਹ ਕਿਸੇ ਨਾਲ ਕੋਈ ਭੇਦਭਾਵ ਜਾਂ ਪੱਖਪਾਤ ਨਹੀਂ ਕਰਦੇ। ਜਿਹੜਾ ਕੰਪਨੀ ਜਾਂ ਦਫ਼ਤਰ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਨ 'ਚ ਸਮਰਥ ਹੋਏਗਾ, ਉਸੇ ਨੂੰ ਹੀ ਨੌਕਰੀ ਮਿਲੇਗੀ। ਇਹੀ ਤਾਂ ਹੈ ਚੌਥਾ ਉਦਯੋਗਿਕ ਇਨਕਲਾਬ। ਡਿਜੀਟਲ ਯਾਨੀ ਆਭਾਸੀ, ਜੈਵਿਕ ਤੇ ਭੌਤਿਕ ਸੰਸਾਰ ਦਾ ਸੁਮੇਲ। ਨਵੀਆਂ ਟੈਕਨੋਲੋਜੀਜ਼ ਦੀ ਵੱਧਦੀ ਵਰਤੋਂ, ਜਿਵੇਂ ਬਨਾਵਟੀ ਬੌਧਿਕਤਾ, ਕਲਾਊਡ ਕੰਪਿਊਟਿੰਗ, ਰੋਬੋਟਿਕਸ, 3D ਛਪਾਈ, ਵਸਤੂਆਂ ਦਾ ਤਾਣਾ ਬਾਣਾ ਤੇ ਵਿਕਸਿਤ ਤਾਰ ਰਹਿਤ ਟੈਕਨੋਲੋਜੀਜ਼ ਮਨੁੱਖੀ ਜੀਵਨ ਨੂੰ ਬਦਲ ਦੇਣਗੇ। ਨਵੀਂ ਤਰਜ਼ੇ ਜ਼ਿੰਦਗੀ ਦੀ ਹੈ ਸ਼ੁਰੂਆਤ। ਤਾਂ ਇਹਦਾ ਮਤਲਬ ਹੁਣ ਸੱਚ ਵਿੱਚ ਅਜਿਹੇ ਰੋਬੋਟ ਬਣ ਜਾਣਗੇ ਜਿਹੜੇ ਇਨਸਾਨ ਦੀ ਜਗ੍ਹਾ ਲੈ ਲੈਣਗੇ? ਹਾਂ, ਕਿਉਂ ਨਹੀਂ। ਕਈ ਦੇਸ਼ਾਂ 'ਚ ਤਾਂ ਟ੍ਰੈਫਿਕ ਕੰਟਰੋਲ ਕਰਨ ਦਾ ਕੰਮ ਵੀ ਰੋਬੋਟ ਹੀ ਕਰ ਰਹੇ ਨੇ ਤੇ ਕਈ ਦੇਸ਼ਾਂ 'ਚ ਵੇਟਰ ਦਾ ਕੰਮ ਵੀ ਰੋਬੋਟ ਹੀ ਕਰ ਰਹੇ ਨੇ। ਬਿਲਕੁਲ, ਇਹ ਚੌਥਾ ਉਦਯੋਗਿਕ ਇਨਕਲਾਬ ਸਹੀ ਮਾਇਨਿਆਂ 'ਚ ਤੀਸਰੇ ਦਾ ਹੀ ਵਧਾਰਾ ਹੈ। ਇਸ ਦੀ ਤੇਜ਼ ਰਫ਼ਤਾਰ, ਵਿਸ਼ਾਲ ਦਾਇਰਾ ਤੇ ਦੂਰ ਰਸੀ ਪ੍ਰਭਾਵਾਂ ਨੇ ਹੀ ਇਸ ਨੂੰ ਨਿਵੇਕਲਾਪਣ ਦਿੱਤਾ ਹੈ। ਪਰ ਇਸ ਦੇ ਬਹੁਤ ਸਾਰੇ ਨੁਕਸਾਨ ਵੀ ਹੋ ਸਕਦੇ ਨੇ, ਕਿਉਂਕਿ ਇਹ ਸਾਰੇ ਉਦਯੋਗਾਂ ਤੇ ਸਾਰੇ ਖੇਤਰਾਂ ਨੂੰ ਸਾਰੇ ਸੰਸਾਰ 'ਚ ਬਦਲਿਆ ਜਾ ਰਿਹਾ। ਇਹ ਮਨੁੱਖੀ ਸੰਵੇਦਨਾ, ਨਿਜਤਾ ਤੇ ਰੁਜ਼ਗਾਰ ਉੱਪਰ ਸੱਟ ਵੀ ਮਾਰ ਸਕਦੀ ਹੈ। ਬਿਲਕੁਲ ਹੋ ਸਕਦਾ ਹੈ ਮਨੁੱਖੀ ਚੇਤਨਾ ਤੇ ਸਮੂਹਿਕ ਸੰਗਠਨਾਂ ਦੇ ਰਾਹੀਂ ਅਸੀਂ ਇਸ ਚੌਥੇ ਉਦਯੋਗਿਕ ਇਨਕਲਾਬ ਨੂੰ ਆਪਸੀ ਪਾੜਾ ਘਟਾਉਣ, ਇਨਸਾਫ ਦਿਵਾਉਣ, ਜੀਵਨ ਨੂੰ ਸੁਖੀ ਬਣਾਉਣ ਤੇ ਕੰਮ ਦੇ ਘੰਟੇ ਘਟਾ ਕੇ ਕੋਮਲ ਕਲਾਵਾਂ ਵਾਸਤੇ ਵਾਧੂ ਸਮਾਂ ਕੱਢਣ, ਕੁਦਰਤ ਨੂੰ, ਬ੍ਰਹਿਮੰਡ ਨੂੰ ਸਮਝਣ ਵਾਲੇ ਪਾਸੇ ਵੀ ਲਗਾ ਸਕਦੇ ਹਾਂ। ਇਸ ਇਨਕਲਾਬ ਨਾਲ ਤਾਂ ਸਾਰਾ ਉਤਪਾਦਨ ਵਿਤਰਨ ਬਦਲ ਜਾਏਗਾ। ਉਤਪਾਦਨ ਤੇ ਵਿਤਰਨ ਪ੍ਰਬੰਧ ਵੀ ਬਦਲ ਜਾਏਗਾ ਤੇ ਸਰਕਾਰੀ ਕਾਰਜਾਂ ਦੀਆਂ ਪ੍ਰਣਾਲੀਆਂ ਵੀ ਬਦਲ ਜਾਣਗੀਆਂ। ਬਿਲਕੁਲ, ਇਹਦੇ ਨਾਲ ਮੰਗ ਤੇ ਪੂਰਤੀ ਦਾ ਸਿੱਧਾ ਨਾਤਾ ਜੁੜ ਜਾਏਗਾ। ਮੰਗ ਅਨੁਸਾਰ ਉਤਪਾਦਨ ਹੋਏਗਾ, ਜਿਹਦੇ ਨਾਲ ਵਸਤੂਆਂ ਦੀ ਉਪਲਬਧਤਾ ਤੇ ਸਮੇਂ ਸਿਰ ਪੂਰਤੀ ਯਕੀਨੀ ਬਣਨ ਨਾਲ ਜੀਵਨ ਦੀ ਗੁਣਵੱਤਾ 'ਚ ਸੁਧਾਰ ਹੋਏਗਾ। ਬਿਕਵਾਲੀ ਘਟਣ ਕਰਕੇ ਵਾਧੂ ਉਤਪਾਦਨ ਕਾਰਨ ਮੰਦੀ 'ਚ ਜਾਂਦੇ ਉਦਯੋਗਾਂ ਨੂੰ ਬੰਦ ਹੋਣ ਦੀ ਲੋੜ ਹੀ ਨਹੀਂ ਰਹੇਗੀ। ਯਾਨੀ ਕਿ ਜਿੰਨੀ ਮੰਗ ਉਨਾ ਹੀ ਉਤਪਾਦਨ, ਹੈ ਨਾ? ਹਾਂ, ਕਹਿਣ ਨੂੰ ਤਾਂ ਕਿਹਾ ਜਾ ਸਕਦਾ ਹੈ, ਪਰ ਮੰਗ ਦਾ ਉਤਪਾਦਨ ਨਾਲ ਜਾਂ ਉਤਪਾਦਨ ਦਾ ਮੰਗ ਨਾਲ ਜੋ ਸੰਬੰਧ ਦੱਸਿਆ ਜਾਂਦਾ ਹੈ, ਉਸ ਨਾਲ ਮਾਲ ਗੁਦਾਮਾਂ ਵਿੱਚ ਪਏ ਰਹਿਣ ਤੋਂ ਤਾਂ ਬਚ ਜਾਏਗਾ, ਪਰ ਉਦਯੋਗ ਵਿੱਚ ਉਤਪਾਦਨ ਘਟਾਉਣ ਨਾਲ ਉਦਯੋਗ ਨੂੰ ਘਾਟਾ ਤਾਂ ਪਏਗਾ ਹੀ। ਯਾਨੀ ਜਿਹੜੇ ਥੋੜੇ ਬਹੁਤ ਕਾਮੇ ਰਹਿ ਵੀ ਗਏ ਉਹ ਵੀ ਵਿਹਲੇ। ਇਹਦੇ ਨਾਲ ਤਾਂ ਸਰਮਾਏ ਤੇ ਮਜ਼ਦੂਰ ਦਾ ਪਾੜਾ ਹੋਰ ਜ਼ਿਆਦਾ ਨਹੀਂ ਵੱਧ ਜਾਏਗਾ? ਬਿਲਕੁਲ ਇਹੀ ਹੋਏਗਾ। ਸਰਮਾਏ ਵਾਲੇ, ਬੁੱਧੀਜੀਵੀ, ਖੋਜਕਰਤਾ, ਸਟਾਕ ਹੋਲਡਰ ਬਹੁਤ ਉੱਚ ਮਹਾਰਤ ਵਾਲੇ ਫਾਇਦੇ 'ਚ ਰਹਿਣਗੇ
ਦਰਮਿਆਨੇ ਦਰਜੇ ਦੇ ਰੁਜ਼ਗਾਰ ਵੀ ਘਟ ਜਾਣਗੇ। ਮਕੈਂਜ਼ੀ ਅਨੁਸਾਰ 2030 ਤੱਕ ਕਰੀਬ 37.5 ਕਰੋੜ ਕਾਮਿਆਂ ਨੂੰ ਕੰਮ ਬਦਲਣਾ ਪੈ ਸਕਦਾ ਹੈ। ਵੈਰੀ ਟਰੂ। ਵਿਗਿਆਨੀ ਦਾ ਕਥਨ ਹੈ ਕਿ ਇਹ ਚੌਥਾ ਉਦਯੋਗਿਕ ਇਨਕਲਾਬ ਅੰਤ 'ਚ ਸਾਡਾ ਕੰਮਕਾਜ ਹੀ ਨਹੀਂ ਬਦਲੇਗਾ, ਬਲਕਿ ਅਸੀਂ ਕੀ ਹਾਂ ਇਹ ਵੀ ਬਦਲ ਦੇਗਾ, ਯਾਨੀ ਸਾਡੀ ਤਸਵੀਰ ਵੀ ਬਦਲ ਦੇਗਾ। ਇਹ ਸਾਡੀ ਪਛਾਣ, ਇਸ ਨਾਲ ਜੁੜੇ ਸਰੋਕਾਰ, ਸਾਡੀ ਨਿਜਤਾ ਦੀ ਧਾਰਨਾ, ਮਲਕੀਅਤ ਪ੍ਰਤੀ ਸਮਝ, ਸਾਡੀ ਖਪਤ ਦੀ ਵੰਨਗੀ, ਕੰਮ ਤੇ ਵੇਲ 'ਚ ਲੱਗਣ ਵਾਲਾ ਸਮਾਂ, ਆਪਣੇ ਭਵਿੱਖ ਨੂੰ ਬਣਾਉਣ ਦੀ ਤਰਜ਼, ਸਾਡੇ 'ਚ ਹੁਨਰ ਵਿਕਸਿਤ ਕਰਨ ਦਾ ਤਰੀਕਾ, ਲੋਕਾਂ ਨੂੰ ਮਿਲਣਾ ਤੇ ਸਬੰਧਾਂ ਨੂੰ ਸਹੇਜਣਾ ਵੀ ਬਦਲ ਦੇਗਾ। ਅੱਛਾ ਜੀ, ਬਿਲਕੁਲ। ਇੰਨਾ ਕੁਝ ਬਦਲ ਜਾਏਗਾ? ਬਿਲਕੁਲ ਬਦਲ ਜਾਏਗਾ। ਵਿਗਿਆਨੀਆਂ ਨੇ ਕਿਹਾ ਹੈ ਕਿ ਟੈਕਨੋਲੋਜੀ ਦੀ ਵੱਧਦੀ ਸ਼ਕਤੀ ਤੇ ਵੱਧਦੀ ਸਿਆਣਪ, ਜਿਸ ਨਾਲ ਅਸੀਂ ਇਸ ਨੂੰ ਵੱਸ ਵਿੱਚ ਰੱਖਣਾ ਹੈ, ਦੇ ਦਰਮਿਆਨ ਇਹ ਇੱਕ ਦੌੜ ਹੈ ਜਿਸ ਨੂੰ ਜਿੱਤਣਾ ਸਾਡੇ ਲਈ ਬਹੁਤ ਜ਼ਰੂਰੀ ਹੈ। ਸਾਨੂੰ ਆਪਣੀਆਂ ਗਲਤੀਆਂ ਤੋਂ ਸਿੱਖਣਾ ਚਾਹੀਦਾ ਹੈ। ਬਿਲਕੁਲ। ਕਲੌਦ ਸ਼ਵਾਬ ਦਾ ਚੌਥੇ ਉਦਯੋਗਿਕ ਇਨਕਲਾਬ ਬਾਬਤ ਕਥਨ ਹੈ, ਆਓ ਅਸੀਂ ਇਹੋ ਜਿਹੇ ਭਵਿੱਖ ਦੀ ਸਿਰਜਣਾ ਕਰੀਏ ਜਿਹੜਾ ਹਰ ਇੱਕ ਵਾਸਤੇ ਕਾਰਜ ਕਰੇ। ਲੋਕ ਪਹਿਲੇ ਡੰਡੇ ਉੱਤੇ ਖੜੇ ਕੀਤੇ ਜਾਣ, ਉਹਨਾਂ ਦੀ ਪੁਗਤ ਬਣਾਈ ਜਾਵੇ। ਸਾਨੂੰ ਲਗਾਤਾਰ ਇਹ ਯਾਦ ਆਉਂਦਾ ਰਹੇ ਕਿ ਇਹ ਸਾਰੀਆਂ ਟੈਕਨੋਲੋਜੀਜ਼ ਪਹਿਲ ਪ੍ਰਥਮੇ ਉਹ ਔਜ਼ਾਰ ਨੇ ਜੋ ਖਲਕਤ ਨੇ ਬਣਾਏ ਨੇ ਤੇ ਖਲਕਤ ਦੇ ਵਾਸਤੇ ਨੇ। ਇਹ ਤਾਂ ਸੋਫੀਆ ਜੀ ਬਹੁਤ ਹੀ ਵਧੀਆ ਤੇ ਉਸਾਰੂ ਵਿਚਾਰ ਨੇ, ਸਰਬੱਤ ਦੇ ਭਲੇ ਦੇ ਵਿਚਾਰ। ਹਾਂ ਰਾਘਵ, ਇਹ ਤਾਂ ਹੈ। ਉਹਨਾਂ ਨੇ ਤਾਂ ਇਹ ਵੀ ਕਿਹਾ ਹੈ ਕਿ ਇਹ ਚੌਥਾ ਇਨਕਲਾਬ ਜਾਂ ਤਾਂ ਮਨੁੱਖਤਾ ਦੇ ਰਵਾਇਤੀ ਸਰੋਤਾਂ ਜਿਵੇਂ ਕੰਮ, ਸਮੁਦਾਇ, ਪਰਿਵਾਰ ਤੇ ਪਹਿਚਾਨ ਨੂੰ ਖਤਮ ਕਰ ਸਕਦਾ ਹੈ, ਜਾਂ ਫਿਰ ਇਹ ਮਨੁੱਖਤਾ ਨੂੰ ਇੱਕ ਨਵੀਂ ਸਾਂਝੀ ਤੇ ਨੈਤਿਕ ਚੇਤਨਾ ਵੱਲ, ਜਿਹੜੀ ਸਾਂਝੀ ਪਹਿਚਾਨ ਦੀ ਸਮਝ ਉੱਪਰ ਆਧਾਰਿਤ ਹੋਵੇ, ਵੱਲ ਨੂੰ ਉੱਚਾ ਉਠਾ ਲਏਗਾ। ਚੋਣ ਸਾਡੇ ਆਪਣੇ ਵੱਸ 'ਚ ਹੈ। ਵੈਸੇ ਸ਼੍ਰੀਕਾਂਤ ਜੀ ਗੱਲ ਕਵਾਂ, ਇੰਨੀਆਂ ਭਾਰੀਆਂ ਭਾਰੀਆਂ ਗੱਲਾਂ ਸੁਣ ਕੇ ਨਾ ਮੈਨੂੰ ਤਾਂ ਭੁੱਖ ਹੀ ਲੱਗ ਗਈ ਹੈ। ਮੇਰੇ ਤਾਂ ਪੇਟ 'ਚ ਚੂਹੇ ਦੌੜਨ ਲੱਗ ਪਏ ਆ। ਇਹ ਖਾਣਾ ਲੈ ਕੇ ਹੀ ਨਹੀਂ ਆ ਰਹੇ, ਕੀ ਗੱਲ? ਉਹ ਸ਼ਾਂਤੀ ਰੱਖੋ ਰਾਘਵ ਜੀ, ਸ਼ਾਂਤੀ ਰੱਖੋ। ਉਹ ਵੇਖੋ ਖਾਣੇ ਵਾਲੀ ਟਰਾਲੀ ਤਾਂ ਆ ਰਹੀ ਜੇ। ਹਾਂਜੀ ਰਾਘਵ ਜੀ, ਬੰਦ ਹੋਏ ਚੂਹੇ ਦੌੜਨੇ ਕਿ ਨਹੀਂ? ਉਹ ਸਰ ਜੀ, ਤੁਸੀਂ ਤਾਂ ਨਾ ਐਵੇਂ ਗੱਲ ਹੀ ਫੜ ਕੇ ਬਹਿ ਜੰਨੇ ਹੋ। ਹੈ ਕਿਤੇ AI ਵਾਲੇ ਚੂਹੇ ਹੁਣ ਮੇਰੇ ਢਿੱਡ 'ਚ ਨਾ ਵਾੜ ਦਿਓ। ਕੋਈ ਨਾ, ਡਰੋ ਨਾ ਬਿਲਕੁਲ ਵੀ। ਸਾਡੇ ਕੋਲ ਤੇਰੇ ਇਲਾਜ ਵਾਸਤੇ ਡਾਕਟਰ ਸੋਫੀਆ ਜੀ ਨੇ। ਚਲੋ ਹੁਣ ਆਪਣੀ ਚਰਚਾ ਨੂੰ ਮੁੜ ਚਾਲੂ ਕਰੀਏ। ਹਾਂਜੀ ਹਾਂਜੀ ਡਾਕਟਰ ਸਾਹਿਬ। ਉਹ ਡਾਕਟਰ ਸਾਹਿਬ ਤੁਸੀਂ ਗੱਲ ਕਰ ਰਹੇ ਸੀ ਨਾ IoT, ਸਮਾਰਟ ਗ੍ਰਿਡ ਵਗੈਰਾ ਵਗੈਰਾ, ਕੀ ਗੱਲ ਕਰ ਰਹੇ ਸੀ ਤੁਸੀਂ? ਮੈਂ ਕਹਿ ਰਹੀ ਸੀ ਕਿ IoT ਯਾਨੀ ਵਸਤੂਆਂ ਦਾ ਇੰਟਰਨੈਟ, ਇਹ ਵੀ ਤਾਂ ਇੱਕ ਸਮਾਰਟ ਗ੍ਰਿਡ ਦੀ ਤਰ੍ਹਾਂ ਹੀ ਕੰਮ ਕਰੇਗਾ। ਹਾਂਜੀ। ਸਮਾਰਟ ਗ੍ਰਿਡ ਕੀ ਹੈ? ਮਸ਼ੀਨਾਂ, ਕੰਪਿਊਟਰ ਦੀ ਵੱਧਦੀ ਇੰਟੈਲੀਜੈਂਸ ਹੀ ਤਾਂ ਹੈ। ਸ਼੍ਰੀਕਾਂਤ ਸਾਹਿਬ, ਵੈਸੇ ਤਾਂ ਮੈਨੂੰ ਹਵਾਈ ਯਾਤਰਾ ਦੌਰਾਨ ਚੱਕਰ ਨਹੀਂ ਆਉਂਦੇ, ਪਰ ਆ ਤੁਸੀਂ IoT, ਮਨੁੱਖ ਦੀ ਥਾਂ ਲੈਣ ਵਾਲੇ ਰੋਬੋਟ, ਚੌਥਾ ਉਦਯੋਗਿਕ ਇਨਕਲਾਬ ਤੇ ਹੁਣ ਸਮਾਰਟ ਗ੍ਰਿਡ, ਉਹ ਐਸੀਆਂ ਗੱਲਾਂ ਦੱਸ ਰਹੇ ਹੋ ਕਿ ਮੇਰੇ ਦਿਮਾਗ ਦੀ ਕੁਦਰਤੀ ਚਿਪ ਨੇ ਵੀ ਹੁਣ ਇੰਨਾ ਭਾਰ ਲੈਣਾ ਬੰਦ ਕਰਤਾ ਹੈ। ਹੁਣ ਜਰਾ ਖੁੱਲ੍ਹ ਕੇ ਦੱਸੋ ਕਿ ਸਮਾਰਟ ਗ੍ਰਿਡ ਹੈ ਕੀ ਆਖਰ? ਸਮਾਰਟ ਗ੍ਰਿਡ ਹੈ ਤਾਂ ਬਿਜਲੀ ਦੀ ਗ੍ਰਿਡ, ਬਸ ਫਰਕ ਇੰਨਾ ਹੈ ਕਿ ਇਹ ਸਮਾਰਟ ਹੈ। ਪਰ ਬਿਜਲੀ ਪਹੁੰਚਾਉਣ ਵਾਲੀ ਗ੍ਰਿਡ ਸਮਾਰਟ ਕਿਵੇਂ? ਉਹ ਰਾਘਵ ਜੀ, ਇਹੀ ਤਾਂ ਗੱਲ ਹੈ ਕਿ ਇਸ AI, ਮਸ਼ੀਨ ਲਰਨਿੰਗ ਤੇ ਸਮਾਰਟ ਮਸ਼ੀਨ ਟੈਕਨੋਲੋਜੀ ਦੀ ਅਸਲ 'ਚ ਸਮਾਰਟ ਗ੍ਰਿਡ ਬਿਜਲੀ ਦੀ ਜ਼ਰੂਰਤ ਦੇ ਅਨੁਸਾਰ ਬਿਜਲੀ ਦੀ ਸਪਲਾਈ ਉਹਨਾਂ ਇਲਾਕਿਆਂ 'ਚ ਵਧਾ ਦਿੰਦੀ ਹੈ ਜਿਵੇਂ ਦਿਨਾਂ 'ਚ ਉਦਯੋਗਾਂ ਦੇ ਲਈ ਜ਼ਿਆਦਾ ਬਿਜਲੀ, ਰਾਤ 'ਚ ਰਿਹਾਇਸ਼ੀ ਇਲਾਕਿਆਂ ਦੇ ਲਈ, ਜਾਂ ਟ੍ਰੈਫਿਕ ਦੇ ਅਨੁਸਾਰ ਲਾਲ ਬੱਤੀਆਂ ਦਾ ਕੰਟਰੋਲ। ਸਾਰੀ ਹਕੀਕੀ ਸਥਿਤੀ ਸਮਾਰਟ ਗ੍ਰਿਡ ਆਪਣੇ ਆਪ ਹੀ ਦੇਖ ਲੈਂਦੀ ਹੈ ਤੇ ਲੋੜ ਅਨੁਸਾਰ ਖੁਦ ਹੀ ਬਦਲਾ ਕਰਕੇ ਸਥਿਤੀ ਸੰਭਾਲ ਲੈਂਦੀ ਹੈ। ਬਿਲਕੁਲ। ਓਹੋ, ਤਾਂ ਲੱਗਦਾ ਹੈ ਇਸੇ ਲਈ ਸਮਾਰਟ ਸਿਟੀ ਬਣ ਰਹੇ ਨੇ, ਮਤਲਬ AI ਤੇ ਸਮਾਰਟ ਮਸ਼ੀਨ ਵਗੈਰਾ ਦੇ ਮੇਲ ਜੋਲ ਨਾਲ। ਬਿਲਕੁਲ। ਇਹਨਾਂ ਸਮਾਰਟ ਸ਼ਹਿਰਾਂ ਤੇ ਸਮਾਰਟ ਪ੍ਰਬੰਧ 'ਚ AI ਦੀ ਬਹੁਤ ਵੱਡੀ ਮਹੱਤਤਾ ਹੈ। ਇਹ ਸਮਾਰਟ ਗ੍ਰਿਡ ਤੇ ਸਮਾਰਟ ਸਿਟੀ ਊਰਜਾ ਦੀ ਖਪਤ ਨੂੰ ਘਟਾਉਂਦੇ ਨੇ, ਸਾਫ਼ ਊਰਜਾ ਵੱਲ ਵੱਧਦੇ ਕਦਮ। ਇਹੀ ਤਾਂ ਸਾਡੇ ਤੌਰ ਤਰੀਕੇ ਨੇ ਟਿਕਾਊ ਵਿਕਾਸ ਵੱਲ ਵਧਣ ਦੇ। ਬਿਲਕੁਲ ਜੀ, ਬਿਲਕੁਲ। ਇਸ ਤਰ੍ਹਾਂ ਤਾਂ ਜਦ ਤੁਸੀਂ ਗੱਲ ਕਰਦੇ ਹੋ ਬਰਾਬਰਤਾ ਦੀ, AI ਸੇਵਾਵਾਂ ਰਾਹੀਂ ਸਭ ਦੀ ਪੁੱਗਤ ਬਣਾਉਣ ਦੀ, ਤਾਂ ਇਹ ਸਭ ਕੁਝ ਵੀ ਤਾਂ ਟਿਕਾਊ ਵਿਕਾਸ ਦੇ ਟੀਚਿਆਂ ਦੀ ਪੂਰਤੀ ਵੱਲ ਹੀ ਕਦਮ ਨੇ। ਬਿਲਕੁਲ ਸਹੀ ਕਿਹਾ ਤੁਸੀਂ। ਸਮਾਰਟ ਸਿੱਖਿਆ, ਸਮਾਰਟ ਸਿਹਤ ਅਜਿਹੇ ਤੌਰ ਤਰੀਕੇ ਨੇ ਜਿਨ੍ਹਾਂ ਰਾਹੀਂ ਸਭ ਨੂੰ ਬਿਨਾਂ ਵਿਤਕਰੇ ਗੁਣਵੱਤਾ ਭਰਪੂਰ ਸਿੱਖਿਆ ਤੇ ਬਿਨਾਂ ਦੇਰੀ, ਬਿਨਾਂ ਵਿਤਕਰੇ ਦੇ ਚੰਗੀਆਂ ਸਿਹਤ ਸੇਵਾਵਾਂ ਮੁਹੱਈਆ ਕਰਵਾਈਆਂ ਜਾ ਸਕਣ।
ਹੁਣ ਤਾਂ ਟੈਕਨੋਲੋਜੀ ਆਧਾਰਿਤ ਚਿਹਰਾ ਪਛਾਣ ਰਾਹੀਂ ਵੀ ਕਾਗਜ਼ ਦੀ ਵਰਤੋਂ ਘਟਾਈ ਜਾਏਗੀ। ਇਹ ਉਦਯੋਗ ਕਾਫੀ ਵਿਕਸਿਤ ਹੋ ਰਿਹਾ ਹੈ। AI ਆਧਾਰਿਤ ਪਹਿਚਾਣ ਤਸਦੀਕ ਸੇਵਾਵਾਂ ਕਾਰਨ ਹੀ ਟੈਕਨੋਲੋਜੀ ਪਹਿਚਾਣ ਤਸਦੀਕ ਉਦਯੋਗ ਨੂੰ ਬਹੁਤ ਵੱਡਾ ਹੁਲਾਰਾ ਮਿਲ ਰਿਹਾ ਹੈ। ਰਿਪੋਰਟਾਂ ਨੇ ਕਿ 2024 ਤੱਕ ਇਹ ਉਦਯੋਗ $1280 ਕਰੋੜ ਦਾ ਹੋ ਜਾਏਗਾ। ਨਵੇਂ ਸੰਸਾਰ 'ਚ ਬਿਜ਼ਨਸ ਦੀ ਸਫਲਤਾ ਗਾਹਕ ਦੇ ਅਨੁਭਵ, ਡੇਟਾ ਆਧਾਰਿਤ AI ਰਾਹੀਂ ਨਿਰਮਿਤ ਸੇਵਾਵਾਂ ਤੇ ਵਿਸ਼ਲੇਸ਼ਣ ਰਾਹੀਂ ਪ੍ਰਭਾਵਸ਼ਾਲੀ ਨਤੀਜਿਆਂ ਤੇ ਨਿਰਭਰ ਹੋਣਗੀਆਂ। ਉਸੇ ਰਫ਼ਤਾਰ ਨਾਲ ਜਿਸ ਨਾਲ ਨਵੀਆਂ ਖੋਜਾਂ ਹੋ ਰਹੀਆਂ ਨੇ, ਉਸੇ ਰਫ਼ਤਾਰ ਦੀਆਂ ਨਵੀਂ ਕਿਸਮ ਦੀਆਂ ਸਾਂਝਾਂ ਦੀ ਵੀ ਬਰਾਬਰ ਮਹੱਤਤਾ ਹੈ। ਤੁਹਾਡੇ ਕਹਿਣ ਦਾ ਭਾਵ ਹੈ ਕਿ ਸਭ ਕੁਝ ਤੇਜ਼ੀ ਨਾਲ ਬਦਲ ਜਾਏਗਾ। ਇਸ ਦੇ ਨਾਲ ਹੀ ਸੰਸਾਰ ਮੰਚਾਂ ਦਾ ਤੇ ਟੈਕਨੋਲੋਜੀ ਆਧਾਰਿਤ ਬਿਜ਼ਨਸ ਮਾਡਲਾਂ ਦੇ ਉਭਾਰ ਕਰਕੇ ਸੰਸਥਾਗਤ ਸਰੂਪ, ਹੁਨਰ ਤੇ ਸੱਭਿਆਚਾਰ ਵੀ ਬਦਲਣੇ ਪੈਣਗੇ। ਬਿਲਕੁਲ ਸਹੀ। ਅਟੈਂਸ਼ਨ ਪਲੀਜ਼। ਕੁਝ ਹੀ ਸਮੇਂ ਵਿੱਚ ਅਸੀਂ ਸ਼੍ਰੀਨਗਰ 에ਅਰਪੋਰਟ ਤੇ ਲੈਂਡ ਕਰ ਰਹੇ ਹਾਂ। ਯਾਤਰੀਆਂ ਨੂੰ ਬੇਨਤੀ ਹੈ ਕਿ ਉਹ ਆਪਣੀਆਂ ਸੀਟਾਂ ਤੇ ਬਣੇ ਰਹਿਣ। ਰਾਘਵ ਜੀ, ਹੁਣ ਤਾਂ 3D ਪ੍ਰਿੰਟਿੰਗ ਵੀ ਆ ਗਈ ਏ। 3D ਪ੍ਰਿੰਟਿੰਗ? ਹੁਣ ਇਹ ਕੀ ਹੈ? ਹੁਣ ਜੇ ਦੱਸ ਹੀ ਰਹੇ ਹੋ, ਗੱਲ ਚੱਲ ਹੀ ਰਹੀ ਹੈ, ਤਾਂ ਇਹ ਵੀ ਦੱਸ ਦਿਓ ਕਿ 3D ਪ੍ਰਿੰਟਿੰਗ ਕੀ ਭਲਾ ਹੈ? ਇਹ 3D ਪ੍ਰਿੰਟਿੰਗ ਅਸਲ 'ਚ ਮਸ਼ੀਨ ਲਰਨਿੰਗ ਦਾ ਵਧੀਆ ਉਦਾਹਰਣ ਹੈ। ਇਸ ਦੇ ਜ਼ਰੀਏ ਕੰਪਿਊਟਰ 'ਚ ਜਿਹੜਾ ਡੇਟਾ ਜਾਂ ਡਿਜ਼ਾਈਨ ਹੁੰਦਾ ਹੈ, ਉਹ ਉਸ ਨੂੰ ਹੀ ਬਣਾ ਦਿੰਦਾ ਹੈ, ਜਿਵੇਂ ਘਰ ਜਾਂ ਕੋਈ ਮਕਾਨ ਜਾਂ 버ਗਰ ਵਗੈਰਾ ਵਗੈਰਾ। ਹੈਂ, 버ਗਰ ਵੀ? ਹਾਂ, ਕਈ ਘਰ, ਸੜਕਾਂ, ਬਿਲਡਿੰਗਾਂ ਇਹ ਤਾਂ ਬਣ ਹੀ ਚੁੱਕੇ ਨੇ। ਇੱਥੋਂ ਤੱਕ ਕਿ ਜਿਹੜੀਆਂ ਇਤਿਹਾਸਕ ਇਮਾਰਤਾਂ ਢਹਿ ਗਈਆਂ ਨੇ ਨਾ, ਉਹਨਾਂ ਨੂੰ ਵੀ ਦੁਬਾਰਾ ਬਣਾ ਲਿਆ ਗਿਆ ਹੈ। ਤੇ ਹਾਂ, ਹੁਣ ਤਿਆਰੀ ਇਹ ਹੈ ਕਿ ਤੁਸੀਂ ਆਪਣੇ ਕੰਪਿਊਟਰ 'ਚ 버ਗਰ ਪਾਓ ਤੇ 3D ਪ੍ਰਿੰਟਿੰਗ ਉਸ ਨੂੰ ਬਣਾ ਦੇਵੇਗੀ। ਹੈਂ, ਹਾਂ, ਟੈਕਨੋਲੋਜੀ ਇੰਨੀ ਅੱਗੇ ਜਾ ਚੁੱਕੀ ਹੈ? ਕੀ ਗੱਲਾਂ ਕਰਦੇ ਹੋ? ਇਹਨੇ ਤਾਂ ਅਜੇ ਹੋਰ ਅੱਗੇ ਜਾਣਾ ਹੈ, ਜਿਵੇਂ ਕ੍ਰਿਪਟੋ ਕਰੰਸੀ ਜਾਂ ਜੀਓ ਇੰਜੀਨੀਅਰਿੰਗ। ਹੁਣ ਕ੍ਰਿਪਟੋ ਕਰੰਸੀ, ਇਹ ਜੀਓ ਇੰਜੀਨੀਅਰਿੰਗ, ਓਏ ਇਹ ਕੀ ਹੈ? ਮੇਰਾ ਤਾਂ ਦਿਮਾਗ ਹੀ ਘੁੰਮ ਗਿਆ। ਤੁਸੀਂ ਦੋਵਾਂ ਨੇ ਤੇ ਪਤਾ ਨਹੀਂ ਕਿਹੜੇ ਬਦਾਮ ਖਾਦੇ ਆ। ਹੁਣ ਇਹ ਕ੍ਰਿਪਟੋ ਕਰੰਸੀ ਕੀ ਭਲਾ ਹੈ? ਜਿਸ ਤਰ੍ਹਾਂ ਕਰੋਨਾ ਦਾ ਸੰਕਰਮਣ ਫੈਲਿਆ ਹੈ, ਇਹਦੇ ਨਾਲ ਦੁਨੀਆ ਬਹੁਤ ਬਦਲ ਗਈ ਹੈ। ਇੱਕ ਬਹੁਤ ਵੱਡਾ ਬਦਲਾਅ ਇਹ ਵੀ ਹੈ ਕਿ ਹੁਣ ਲੋਕ ਪੈਸਿਆਂ ਨੂੰ ਛੂਹਣ ਤੋਂ ਵੀ ਬਚ ਰਹੇ ਨੇ। ਪਤਾ ਨਹੀਂ ਕਿਹੜਾ ਨਵਾਂ ਸੰਕਰਮਣ ਇਹਨਾਂ ਨੋਟਾਂ ਦੇ ਕੰਧੇ ਚੜ੍ਹ ਕੇ ਪਹੁੰਚ ਜਾਏ। ਇਸ ਲਈ ਹੁਣ ਇਹੋ ਜਿਹੀ ਕਰੰਸੀ ਜਿਹੜੀ ਕਿਸੇ ਵੀ ਸੰਪત્ਤੀ ਦੇ ਬਦਲੇ ਲਈ ਜਾਂ ਦਿੱਤੀ ਜਾ ਸਕਦੀ ਹੈ, ਤੇ ਉਹ ਵੀ ਬਿਨਾਂ ਛੂਏ, ਉਹ ਵੀ ਇਜਾਦ ਹੋ ਰਹੀ ਹੈ। ਕੁਝ ਤਾਂ ਸਮਝ ਆ ਰਿਹਾ ਹੈ, ਪਰ ਥੋੜਾ ਜਿਹਾ ਨਾ ਹੋਰ ਵਿਸਤਾਰ ਨਾਲ ਦੱਸੋ। ਰਾਘਵ ਜੀ, ਵਿਸਥਾਰ ਨਾਲ ਤਾਂ ਤੁਸੀਂ ਅਗਲੀ ਵਾਰ ਸੁਣਨਾ ਤੇ ਸਮਝਣਾ। ਹੁਣ ਤਾਂ ਫਲਾਈਟ ਦੇ ਪਹੁੰਚਣ ਦਾ ਟਾਈਮ ਹੋ ਗਿਆ। ਸ਼੍ਰੀਕਾਂਤ ਜੀ, ਚਲੋ ਤੁਸੀਂ ਜੀਓ ਇੰਜੀਨੀਅਰਿੰਗ ਬਾਰੇ ਸਮਝਾ ਦਿਓ ਥੋੜਾ ਬਹੁਤਾ। ਬਸ ਇੰਨਾ ਕੁ ਸਮਝ ਲਓ ਰਾਘਵ ਜੀ, ਇਹ ਜਿਹੜਾ ਗਲੋਬਲ ਵਾਰਮਿੰਗ ਹੈ ਜਾਂ ਹੋਰ ਕੋਈ ਵਾਤਾਵਰਣੀ ਸਮੱਸਿਆ ਹੈ ਨਾ, ਉਸ ਨੂੰ ਹੁਣ ਜੀਓ ਇੰਜੀਨੀਅਰਿੰਗ ਤੇ AI ਨਾਲ ਠੀਕ ਕੀਤਾ ਜਾ ਸਕਦਾ। ਪਰ ਕਰੇਗਾ ਕੌਣ? ਨੈਨੋ ਰੋਬੋਟਸ। ਅਟੈਂਸ਼ਨ ਪਲੀਜ਼। 에ਅਰ ਇੰਡੀਆ ਦੀ ਅੱਜ ਦੀ ਫਲਾਈਟ ਸਫ਼ਰ ਕਰਨ ਲਈ ਮੈਂ ਕੈਪਟਨ ਪੁਰੀ ਤੁਹਾਡਾ ਸਭ ਦਾ ਬਹੁਤ ਧੰਨਵਾਦ ਕਰਦਾ ਤੇ ਆਸ ਕਰਦਾ ਕਿ ਤੁਸੀਂ ਸਾਨੂੰ ਆਪਣੀਆਂ ਸੇਵਾਵਾਂ ਦਾ ਮੌਕਾ ਫਿਰ ਵੀ ਦਿਓਗੇ। ਥੈਂਕ ਯੂ, ਧੰਨਵਾਦ। ਚਲੋ ਜੀ, ਸਾਡਾ ਡੈਸਟੀਨੇਸ਼ਨ ਤੇ ਆ ਗਿਆ। ਠੀਕ ਹੈ ਸ਼੍ਰੀਕਾਂਤ ਜੀ, ਰਾਘਵ ਜੀ, ਬਹੁਤ ਵਧੀਆ ਲੱਗਿਆ ਤੁਹਾਨੂੰ ਮਿਲ ਕੇ। ਫਿਰ ਮਿਲਾਂਗੇ ਕਦੀ। ਨੈਸ਼ਨਲ ਇੰਸਟੀਚਿਊਟ ਆਫ ਟੈਕਨੋਲੋਜੀ 'ਚ ਮੀਟਿੰਗ ਦੇ ਮਿਸ਼ਨ ਲਈ ਆਲ ਦ ਵੈਰੀ ਬੈਸਟ। ਬਾਏ ਬਾਏ, ਜੈ ਹਿੰਦ। ਜੈ ਹਿੰਦ। ਸ਼ੇਰੇ ਕਸ਼ਮੀਰ ਇੰਸਟੀਚਿਊਟ ਆਫ ਮੈਡੀਕਲ ਸਾਇੰਸ 'ਚ ਵਰਕਸ਼ਾਪ ਲਈ ਤੁਹਾਨੂੰ ਵੀ ਬੈਸਟ ਵਿਸ਼ੇਸ। ਥੈਂਕ ਯੂ। ਵੈਲਕਮ ਜੀ। ਤੇ ਲਓ ਹੁਣ ਨੋਟ ਕਰੋ ਸਾਡੀ ਅੱਜ ਦੀ ਕੜੀ ਦੇ ਸਵਾਲ। ਸਵਾਲ ਨੰਬਰ 1, AI ਨੂੰ ਚੌਥਾ ਉਦਯੋਗਿਕ ਇਨਕਲਾਬ ਕਿਉਂ ਕਹਿੰਦੇ ਨੇ? ਸਵਾਲ ਨੰਬਰ 2, AI ਦਾ ਮੁੱਖ ਉਦੇਸ਼ ਕੀ ਹੋਣਾ ਚਾਹੀਦਾ ਹੈ? ਸਵਾਲ ਇੱਕ ਵਾਰੀ ਫੇਰ ਸੁਣ ਲਓ। ਸਵਾਲ ਨੰਬਰ 1, AI ਨੂੰ ਚੌਥਾ ਉਦਯੋਗਿਕ ਇਨਕਲਾਬ ਕਿਉਂ ਕਹਿੰਦੇ ਨੇ? ਸਵਾਲ ਨੰਬਰ 2, AI ਦਾ ਮੁੱਖ ਉਦੇਸ਼ ਕੀ ਹੋਣਾ ਚਾਹੀਦਾ ਹੈ?
ਜਵਾਬ ਭੇਜਣ ਲਈ ਪਤਾ ਨੋਟ ਕਰ ਲਓ। ਇੰਚਾਰਜ ਪ੍ਰੋਗਰਾਮ ਆਉਣ ਵਾਲਾ ਕੱਲ, ਮਾਰਫਤ ਸਟੇਸ਼ਨ ਡਾਇਰੈਕਟਰ आकाशवाणी जलंधर, पिन कोड 144001। मूल लेखन ते खोज डॉक्टर अनुराग शर्मा, लड़ीवार संयोजक डॉक्टर BK त्यागी, पंजाबी रूपांतर खोज ते लेखन भारत ज्ञान विज्ञान समिति पंजाब ते चंडीगढ़। भाग लैण वाले कलाकार अमन बल, राजकुमार पुरी, गुरविंदर सिंह, सुविधा दुग्गल ते सुदेश विंकल। विशेष सहयोग सरबजीत ऋषि। पेशकश गुरविंदर सिंह ते अमनदीप जोशी।